ਸਤਿ ਸ੍ਰੀ ਅਕਾਲ ਪਿਆਰੇ ਦੋਸਤੋ। ਅੱਜ ਮੈਂ ਤੁਹਾਨੂੰ ਕਹਾਣੀ ਸੁਣਾਉਣ ਜਾ ਰਹੀ ਹਾਂ, ਭੇਦ ਭਰੀ ਮੁਸਕਾਨ, ਜੋ ਕਿ ਨਛੱਤਰ ਸਿੰਘ ਗਿੱਲ ਹੁਣਾਂ ਦੀ ਲਿਖੀ ਹੋਈ ਹੈ। ਵੇ ਭਾਈ ਵੇ, ਰੇਤੇ ਦੀ ਟੋਕਰੀ ਤਾਂ ਚੁਕਾਈ। ਸਰਨੋਂ ਨੇ ਰੇਤੇ ਦੇ ਟਿੱਬੇ ਤੋਂ ਆਖਰੀ ਬੁੱਕ ਰੇਤੇ ਦਾ ਭਰ ਕੇ ਟੋਕਰੀ ਵਿੱਚ ਪਾਉਂਦਿਆਂ ਨੇੜਲੀ ਡੰਡੀ ਤੇ ਤੁਰੇ ਜਾਂਦੇ ਗੱਭਰੂ ਨੂੰ ਆਵਾਜ਼ ਮਾਰੀ। ਗੱਭਰੂ, ਜਿਸ ਦੀਆਂ ਚੰਚਲ ਤਿੱਖੀਆਂ ਅੱਖੀਆਂ ਪਹਿਲਾਂ ਹੀ ਟਿੱਬੇ ਦੀ ਉੱਭਰੀ ਹਿੱਕ ਵੱਲ ਖਿੱਚੀਆਂ ਹੋਈਆਂ ਸਨ, ਆਵਾਜ਼ ਕੰਨੀ ਪੈਂਦਿਆਂ ਹੀ ਨੇ ਪੈਰ ਟਿੱਬੇ ਵੱਲ ਮੋੜ ਲਏ। ਮੁੱਛ ਫੁੱਟ ਗੱਭਰੂ ਦੀ ਚੌੜੀ ਚਕਲੀ ਛਾਤੀ, ਸਰੂ ਵਰਗਾ ਕੱਦ, ਤਿੱਖੇ ਨੈਣ, ਨਕਸ਼ ਤੱਕ ਓਠ ਟੰਬਰ ਜਿਹੇ ਗਈ ਤੇ ਮਨ ਹੀ ਮਨ ਵਿੱਚ ਸੋਚਣ ਲੱਗੀ ਕਿ ਕੱਲ ਮੁਕੱਲੀ ਕਿੱਥੇ ਆਵਾਜ਼ ਮਾਰ ਬੈਠੀ। ਮੱਤ ਹੀ ਮਾਰੀ ਗਈ। ਥੋੜ੍ਹਾ ਜਿਹਾ ਰੇਤਾ ਟੋਕਰੀ ਵਿੱਚ ਪਾ ਕੇ ਚੁੱਕ ਲੈਂਦੀ। ਸਰਨੋਂ ਦੁਚਿੱਤੀ ਵਿੱਚ ਘਿਰੀ, ਡਰੀ, ਘਬਰਾਈ ਹੋਈ ਭਰੀ ਟੋਕਰੀ ਕੋਲ ਖੜੀ ਸੀ। ਜਦੋਂ ਗੱਭਰੂ ਨੇੜੇ ਆ ਕੇ ਬੋਲਿਆ, ਰੇਤਾ ਕੜਾਹੀ ਵਿੱਚ ਲੈ ਕੇ ਜਾਣਾ ਚਾਹੀਦਾ। ਟੋਕਰੇ ਵਿੱਚੋਂ ਕਿਰਦਾ ਕਿਰਦਾ ਰੇਤਾ ਤੇਰੇ ਸਿਰ ਮੂੰਹ ਦਾ ਹੀ ਹੁਲੀਆ ਵਿਗਾੜ ਦੇਵੇਗਾ। ਗੱਭਰੂ ਨੇ ਟੋਕਰੀ ਵੱਲੋਂ ਨਜ਼ਰਾਂ ਹਟਾ ਕੇ ਸਰਨੋਂ ਦੇ ਮੂੰਹ ਵੱਲ ਤੱਕਿਆ ਤਾਂ ਮੁਟਿਆਰ ਦਾ ਚਿਹਰਾ ਲਾਲ ਬਿੰਬ ਹੋ ਗਿਆ। ਗੱਭਰੂ ਦੇ ਆਖੇ ਸ਼ਬਦ ਹਮਦਰਦੀ ਤੇ ਸਿਆਣਪ ਵਿੱਚ ਗੁੱਝੇ ਮਹਿਸੂਸ ਹੋਏ ਸਰਨੋਂ ਨੂੰ। ਕੜਾਹੀ ਤੇ ਟੋਕਰੀ ਦੀ ਗੱਲ ਛੇੜ ਇਸ ਆੜ ਵਿੱਚ ਗੱਭਰੂ ਸਰਨੋਂ ਦੇ ਮੂੰਹ ਮੁਹਾਂਦਰੇ ਨੂੰ ਨਿਹਾਰਨਾ ਚਾਹੁੰਦਾ ਸੀ, ਕਿਉਂਕਿ ਸਰਨੋਂ ਦੀ ਸ਼ਕਲ ਸੂਰਤ ਸੁਣੇ ਸੁਣਾਏ ਹੀ ਚਿਹਰੇ ਮੋਹਰੇ ਨਾਲ ਮਿਲਦੇ ਜੁਲਦੇ ਜਾਪਦੇ ਸਨ। ਕੜਾਹੀ ਘਰ ਵਿੱਚ ਛੋਟੀ ਸੀ ਤੇ ਉਂਝ ਵੀ ਕੜਾਹੀ ਵਿੱਚ 2 ਬੁੱਕ ਤਾਂ ਰੇਤੇ ਦੇ ਪੈਂਦੇ ਨੇ। ਅੱਜ ਕਾਲਜੋਂ ਛੁੱਟੀ ਹੋਣ ਕਰਕੇ ਸੋਚਿਆ ਕਿ ਬਹੁਤੇ ਫੇਰੇ ਮਾਰਨ ਨਾਲੋਂ 2 ਟੋਕਰੀਆਂ ਰੇਤੇ ਦੀਆਂ ਹੀ ਲੈ ਆਵਾਂ ਮੱਝਾਂ ਥੱਲੇ। ਸਰਨੋਂ ਅੰਦਰੋਂ ਗੱਭਰੂ ਦੀ ਸਲੀਕੇ ਵਾਲੀ ਬੋਲੀ ਨਾਲ ਹਲੂਣੀ ਜਾ ਚੁੱਕੀ ਸੀ। ਗੱਭਰੂ ਦੀ ਅਕਲ ਦੀ ਦਾਦ ਦੇਣ ਨੂੰ ਉਸਦਾ ਦਿਲ ਕਰਦਾ ਸੀ, ਪਰ ਇੱਕ ਝੇਪ, ਇੱਕ ਓਪਰੇਪਨ ਦੀ ਧੁੰਦ ਜਿਹੀ ਦੋਹਾਂ ਵਿੱਚ ਤਣ ਗਈ। ਪਰ ਗੱਭਰੂ ਦੇ ਆਖੇ ਸ਼ਬਦਾਂ ਤੇ ਫੁੱਲ ਚੜ੍ਹਾਉਣ ਲਈ ਤੇ ਇਹ ਵਿਖਾਵਾ ਕਰਕੇ ਰਜ਼ਾਮੰਦੀ ਦਾ ਪ੍ਰਗਟਾਵਾ ਕੀਤਾ ਕਿ ਸਰਨੋਂ ਨੇ ਚੁੰਨੀ ਖਿੱਚ ਕੇ ਮੱਥੇ ਦੇ ਅੱਧੇ ਭਾਗ ਤੋਂ ਵੱਧ ਹਿੱਸੇ ਨੂੰ ਢੱਕ ਲਿਆ ਤਾਂ ਕਿ ਰੇਤਾ ਕਿਰ ਕੇ ਸਿਰ ਅਤੇ ਅੱਖਾਂ ਵਿੱਚ ਨਾ ਪਵੇ। ਸਰਨੋਂ ਟੋਕਰੀ ਚੁੱਕਣ ਦੀ ਨੀਤ ਨਾਲ ਝੁਕੀ, ਪਰ ਗੱਭਰੂ ਚੁੱਪਚਾਪ ਅਹਿੱਲ ਹੀ ਖੜਾ ਰਿਹਾ। ਉਹ ਖੇਤ ਤੁਹਾਡੇ ਨੇ? ਇਸ ਰਾਹ ਦੇ ਪਰਲੇ ਪਾਸੇ ਪਾਣੀ ਵਾਲੀ ਕੱਸ ਦੇ ਉਰਲੇ ਪਾਸੇ ਜਿੱਥੇ ਪਿਲਖਣ ਦਾ ਬੂਟਾ, ਤੇ ਉਹ ਖੇਤ ਜਿੱਥੇ ਕਪਾਹ ਦੀਆਂ ਚਿੱਟੀਆਂ ਚਿੱਟੀਆਂ ਫੁੱਟੀਆਂ ਚਮਕ ਰਹੀਆਂ ਨੇ। ਗੱਭਰੂ ਨੇ ਦਿਲ ਵਿੱਚ ਉਸਲ-ਵੱਟੇ ਲੈਂਦੀ ਸ਼ੰਕਾ ਨੂੰ ਸਾਂਭ ਕੇ ਪੂਰੀ ਟੋਹ ਲੈਣ ਦੀ ਨੀਤ ਨਾਲ ਪੁੱਛਿਆ। ਹਾਂ, ਸਾਡੇ ਨੇ। ਤੂੰ ਕੀ ਲੈਣਾ? ਸਾਡੇ ਹੋਣ ਜਾਂ ਨਾ ਹੋਣ। ਸਰਨੋਂ ਦੀ ਘਬਰਾਹਟ ਹੋਠਾਂ ਤੋਂ ਬਾਹਰ ਨਿਕਲ ਗਈ, ਪਰ ਫੇਰ ਆਪਣੇ ਰੁੱਖੇ ਬੋਲਾਂ ਦੀ ਕੁੜੱਤਣ ਮਹਿਸੂਸ ਕਰਦਿਆਂ ਉਹ ਸੰਭਲਦੀ ਹੋਈ ਬੋਲੀ, ਭਾਈ ਤੂੰ ਟੋਕਰੀ ਚੁਕਾ ਜੇ ਚੁਕਾਉਣੀ ਐ, ਨਹੀਂ ਮੈਂ ਆਪੇ ਚੁੱਕ ਲਵਾਂਗੀ। ਜਾ ਤੂੰ ਆਪਣਾ ਰਾਹ ਨਾਪ। ਪੰਜਾਬਣ ਦਾ ਕੁਦਰਤੀ ਸਵੈ-ਮਾਣ ਜਾਗ ਪਿਆ। ਟੋਕਰੀ ਚੁਕਾਉਣੋਂ ਮੈਂ ਨਾਬਰ ਨਹੀਂ। ਟੋਕਰੀ ਚੁਕਾਉਣ ਹੀ ਤਾਂ ਆਹ ਵਿੰਗ ਪਾ ਕੇ ਇੱਥੇ ਆਇਆਂ, ਪਰ ਕਈ ਵਾਰ ਪਤਾ ਨਹੀਂ ਕੁਝ ਸ਼ਕਲਾਂ ਸੂਰਤਾਂ 'ਚ ਭੋਲੇ ਭਾਅ ਪਣੱਤ ਜਾਗ ਪੈਂਦੀ ਆ। ਤੇਰਾ ਮਤਲਬ? ਸਰਨੋਂ ਦੇ ਮੱਥੇ ਤੇ ਤਿਉੜੀਆਂ ਪੁੰਗਰ ਆਈਆਂ। ਮਤਲਬ ਤਾਂ ਕੁਝ ਨਹੀਂ। ਹਾਂ, ਕੁਝ ਮਤਲਬ ਹੱਲ ਵੀ ਹੋ ਗਿਆ। ਜਿਸ ਉਮੀਦ ਨਾਲ ਘਰੋਂ ਤੁਰਿਆ ਸਾਂ, ਉਹ ਉਮੀਦ ਉਹ ਪਿਲਖਣ ਦੇ ਰੁੱਖ ਅਤੇ ਖਿੜੀ ਕਪਾਹ ਨੇ ਪੂਰੀ ਕਰ ਦਿੱਤੀ। ਚੱਲ ਚੁੱਕ ਟੋਕਰੀ, ਜੇ ਚੁੱਕ ਲਵੇਂਗੀ ਤਾਂ। ਗੱਭਰੂ ਮੁਟਿਆਰ ਦੇ ਤੌਰ ਤਰੀਕੇ ਤਿੱਖੇ ਹੁੰਦੇ ਤੇਵਰਾਂ ਤੋਂ ਅੰਦਰੋਂ ਖੁਸ਼ ਵੀ ਸੀ, ਪਰ ਅਫ਼ਸੋਸ ਸੀ ਕਿ ਗੰਢ ਖੁੱਲ੍ਹੀ ਹੀ ਨਾ। ਉਹ ਮੁਟਿਆਰ ਦੀ ਗੈਰਤ ਨੂੰ ਵੰਗਾਰ ਕੇ ਹੋਰ ਖਿਝਾਉਣ ਤੋਂ ਟਲਣਾ ਵੀ ਚਾਹੁੰਦਾ ਸੀ। ਹੈਂ? ਹੂੰ। ਇਹਨਾਂ ਨਿੱਕੇ ਜਿਹੇ ਅੱਖਰਾਂ ਵਿੱਚੋਂ ਪੰਜਾਬਣ ਦੀ ਅਣਖ ਆਬਰੂ ਤਰਲੋ ਮੱਛੀ ਹੁੰਦੀ ਬੁੜਕੀ। ਸਰਨੋਂ ਕਿਹੜਾ ਬਾਲੜੀ ਸੀ? ਉਸਦੇ ਅੰਦਰ ਵੀ ਇੱਕ ਤਲਾਸ਼, ਇੱਕ ਤੜਫਦੀ ਤ੍ਰਿਖਾ ਉਸਦੇ ਪੈਰਾਂ ਨੂੰ ਇਸ ਪਿੰਡ ਵੱਲ ਜਾਂਦੇ ਰਾਹ ਵੱਲ ਧੂ ਲਿਆਉਂਦੇ ਸਨ। ਰੇਤਾ ਤਾਂ ਉਸਦਾ ਵੀਰਾ ਗੱਡਾ ਭਰ ਕੇ ਵੀ ਲਿਜਾ ਸਕਦਾ ਸੀ। ਸਰਨੋਂ ਦੇ ਸੀਨੇ ਅੰਦਰ ਵੀ ਜਵਾਨੀ ਦੇ ਚੜ੍ਹਦੇ ਲਹਿੰਦੇ ਜਵਾਰ ਭਾਟੇ ਆਉਂਦੇ ਸਨ। ਉਸ ਪਿੰਡ ਦੀਆਂ ਪੜ੍ਹਦੀਆਂ ਸਾਥਣ ਕੁੜੀਆਂ ਤੋਂ ਸਰਨੋਂ ਨੇ 100 ਵਿੰਗ ਵੱਲ ਪਾ ਕੇ ਦਿਲ 'ਚ ਉੱਠਦੀਆਂ ਮੁਸਮੁਸੀਆਂ ਨੂੰ ਪੱਠੇ ਪਾਏ ਸਨ, ਪਰ ਚੰਦਰਾ ਦਿਲ ਤਾਂ ਕਿਤੇ ਟਿਕਦਾ ਹੀ ਨਾ। ਉਮਰ ਦਾ ਵੀ ਤਕਾਜ਼ਾ ਹੁੰਦਾ ਨਾ। ਇਹ ਸਰਨੋਂ ਦੇ ਦਿਲ ਦਿਮਾਗ ਅੰਦਰ ਕਲਪਨਾ ਕਰਦੀ ਦੀ ਉਧੇੜ ਬੁਣ ਹੀ ਸੀ
ਜਿਹੜੀ ਆਨੀ ਬਹਾਨੀ ਉਸਨੂੰ ਇਸ ਟਿੱਬੇ ਵੱਲ ਖਿੱਚ ਲਿਆਉਂਦੀ ਸੀ। ਗੱਲ ਉਹ ਹੋਈ ਜਾਪਦੀ ਸੀ ਸਰਨੋਂ ਨੂੰ, ਜਿਸ ਦੀ ਖਾਤਰ ਉਹ 100 ਬਹਾਨੇ ਲਾ ਕੇ ਕਦੇ ਰੋਟੀ ਦੇਣ, ਕਦੇ ਕਪਾਹ ਚੁਗਣ, ਕਦੇ ਰੇਤੇ ਦੇ ਬਹਾਨੇ ਇਸ ਰਾਹ 'ਚੋਂ ਕਨਸੋਆਂ ਲੈਂਦੀ ਫਿਰਦੀ ਸੀ। ਕਰਦੀ ਵੀ ਕੁੜੀਆਂ ਤੋਂ ਕਈ ਚੰਗੀਆਂ ਮੰਦੀਆਂ ਗੱਲਾਂ ਵੀ ਉਸ ਦੇ ਕੰਨੀ ਪੈਂਦੀਆਂ ਰਹਿੰਦੀਆਂ। ਯਕੀਨ ਕਰੇ ਤਾਂ ਕਿਵੇਂ ਕਰੇ। ਸਰਨੋਂ ਨੂੰ ਅੰਦਰੋਂ ਅੰਦਰੀ ਇੰਜ ਮਹਿਸੂਸ ਹੋਇਆ ਜਿਵੇਂ ਗੱਭਰੂ ਨੇ ਰੇਤੇ ਦੀ ਟੋਕਰੀ ਹੀ ਨਾ ਚੁਕਾਈ ਹੋਵੇ, ਬਲਕਿ ਇੱਕ ਬਹੁਤ ਰਾਜ ਰਮਜ਼ਾਂ ਭਰੀ, ਸ਼ੰਕਾ ਭਰੀ ਟੋਕਰੀ ਸਿਰ 'ਤੇ ਧਰ ਕੇ ਤੁਰ ਗਿਆ ਹੋਇਆ ਹੋਵੇ। ਉਸ ਦੇ ਅੰਤःਕਰਨ ਵਿੱਚ ਇੱਕ ਝੱਖੜ ਝੁੱਲ ਰਿਹਾ ਸੀ। ਸਰਨੋਂ ਸੋਚਦੀ ਸੀ, ਟੋਕਰੀ ਚੁੱਕਦੇ ਸਮੇਂ ਜਦ ਗੱਭਰੂ ਨੇ ਮੇਰੀਆਂ ਅੱਖਾਂ ਵਿੱਚ ਅੱਖਾਂ ਪਾਈਆਂ, ਸਾਫ਼ ਇੱਕ ਤਲਾਸ਼ ਕੁਝ ਲੱਭਦੀਆਂ ਲੱਗਦੀਆਂ ਸਨ। ਉਸ ਦੇ ਹੱਥ ਕੰਬੇ। ਮੇਰੀ ਕੋਠੀ ਵਿੱਚ ਇੱਕ ਝਰਨਾਟ ਜਿਹੀ ਰੀੜ੍ਹ ਦੀ ਹੱਡੀ ਵਿੱਚੋਂ ਲੰਘ ਗਈ। ਇੱਕ ਅਨੰਤ ਆਨੰਦਮਈ ਕੰਬਣੀ, ਇੱਕ ਆਪਣੇ ਆਪਣੇ ਜਿਹੇ ਦਾ ਅਨੋਖਾ ਅਹਿਸਾਸ, ਇੱਕ ਰੂਹ ਦੀ ਤ੍ਰਿਪਤੀ ਵਾਲਾ ਸਕੂਨ। ਮੁੰਡੇ ਤਾਂ ਹਰ ਰੋਜ਼ ਕਾਲਜ ਜਾਂਦੀ ਨੂੰ ਬਥੇਰੇ ਮਿਲਦੇ ਨੇ, ਪਰ ਇਹ ਗੱਭਰੂ ਜਿਸ ਦੀਆਂ ਬੇਜ਼ੁਬਾਨ ਅੱਖੀਆਂ ਦਿਲ ਦਾ ਭੇਤ ਆਪਣੀ ਖਾਮੋਸ਼ ਗੂੰਗੀ ਜ਼ੁਬਾਨ ਨਾਲ ਬੜੀ ਹਲੀਮੀ ਨਾਲ ਖੋਲ੍ਹ ਗਈਆਂ। ਦਿਲੋਂ ਦੋਵੇਂ ਸ਼ੰਕਾ ਨਿਵ੍ਰਿਤੀ ਲਈ ਖੜ੍ਹੇ ਰਹਿਣਾ ਚਾਹੁੰਦੇ ਸਨ, ਤਾਂ ਕਿ ਗੁੱਝਾ ਰਾਜ ਦੋ ਦਿਲਾਂ ਦਾ ਭੇਦ ਬਣ ਜਾਏ। ਦਿਲਾਂ ਨੂੰ ਠੂੰਗੇ ਮਾਰਦੇ ਕਾਲੇ ਕਾਂ ਡਰ ਨੂੰ ਉਡਾ ਸਕਣ। ਪਰ ਸਮੇਂ ਦੀ ਠੰਡੀ ਖੁਸ਼ਕ ਪਾਉਣ ਨੇ ਤੇ ਪਰਿਵਾਰਾਂ ਦੀ ਇੱਜ਼ਤ ਆਬਰੂ ਤੇ ਮਾਂ-ਬਾਪ ਦੀ ਸਮਾਜਿਕ ਮਾਣ ਮਰਿਆਦਾ ਨੇ ਉਹਨਾਂ ਨੂੰ ਦਿਲਾਂ ਅੰਦਰ ਵਾਵਰੋਲੇ ਭਰ ਕੇ ਆਪੋ ਆਪਣੇ ਰਾਹੀਂ ਤੋਰ ਦਿੱਤਾ। ਅਤੀਤ ਦੀ ਸਟੇਜ 'ਤੇ ਚਾਣਚੱਕ ਸਰਨੋਂ ਨੂੰ ਇੱਕ ਯਾਦ ਨੱਚਦੀ ਮਿਲੀ। ਉਸ ਦੇ ਚੇਤੇ 'ਚੋਂ ਕੋਮਲ ਕੋਮਲ ਕੁਮਰਾਂ ਫੁੱਟੀਆਂ। ਜਦੋਂ ਉਹ 10ਵੀਂ ਪਾਸ ਕਰਕੇ ਕਾਲਜ ਵਿੱਚ ਦਾਖਲ ਹੋਈ ਤਾਂ ਉਹਨਾਂ ਦਿਨਾਂ ਵਿੱਚ ਹੀ ਉਸ ਦੀ ਮੰਗਣੀ ਨੇੜੇ ਦੇ ਪਿੰਡ ਹੋ ਗਈ ਸੀ। ਮੁੰਡਾ BA ਵਿੱਚ ਪੜ੍ਹਦਾ ਸੀ। ਦੋਨੋਂ ਘਰ ਮੱਧ ਸ਼੍ਰੇਣੀ ਪਰਿਵਾਰ ਹੀ ਸਨ। ਫਿਰ ਉਸ ਨੇ ਮੁੰਡੇ ਦੇ ਪਿੰਡ ਦੀ ਕਿਸੇ ਕੁੜੀ ਤੋਂ ਸੁਣਿਆ ਕਿ ਉਹ ਬਾਹਰਲੇ ਦੇਸ਼ ਵਿੱਚ ਚਲਾ ਗਿਆ। ਅੱਜ ਦੇ ਗੱਭਰੂ ਦੀ ਦਿੱਖ ਤੇ ਸਭ ਨੇ ਉਸ ਦੇ ਅੰਦਰ ਇੱਕ ਅਚਭੀ ਜਿਹੀ ਲਾ ਦਿੱਤੀ। ਪ੍ਰੇਮ ਵੇਗ ਤੇ ਜਗਿਆਸਾ ਦੀ ਠੰਡੀ ਹਵਾ ਨੇ ਉਸ ਦੇ ਦਿਲ ਦੇ ਤਖ਼ਤ ਦੇ ਹਜ਼ਾਰੇ ਨੂੰ ਕਲਾਵੇ ਵਿੱਚ ਲੈ ਕੇ ਕਠਪੁਤਲੀ ਦਾ ਨਾਚ ਨਚਾਉਣਾ ਸ਼ੁਰੂ ਕਰ ਦਿੱਤਾ। ਸ਼ਾਇਦ ਉਹੀ ਨਾ ਹੋਵੇ। ਵਿਚੋਲਣ ਇੱਕ ਦਿਨ ਮਾਂ ਨੂੰ ਦੱਸਦੀ ਸੀ ਕਿ ਉਹਨਾਂ ਦੇ ਖੇਤ ਵੀ ਆਪਣੀ ਜੂਹ ਨਾਲ ਹੀ ਲੱਗਦੇ ਨੇ, ਨਹੀਂ ਤਾਂ ਕੋਈ ਐਨੀ ਅਪਣੱਤ ਥੋੜ੍ਹਾ ਜਤਾਉਂਦਾ ਆਪਣਿਆਂ ਵਾਂਗ। ਉਸ ਦੇ ਆਪਣੇ ਕੱਪੜੇ ਵੀ ਤਾਂ ਵਿਦੇਸੀ ਹੀ ਸਨ। ਸ਼ਾਇਦ ਇੱਧਰ ਖੇਤਾਂ ਨੂੰ ਸੈਰ ਕਰਨ ਆਇਆ ਅੱਗੇ ਨਿਕਲ ਆਇਆ ਹੋਵੇ। ਫਿਰ ਤਲਾਸ਼ ਤੇ ਮਿਲਣ ਦੀ ਤਾਂਘ ਤਾਂ ਹਰ ਜਵਾਨ ਦਿਲ 'ਚ ਹੁੰਦੀ ਹੈ। ਫਿਰ ਉਹ ਇੰਜ ਝਾਕਦਾ ਸੀ ਜਿਵੇਂ ਕੋਈ ਪਹਿਚਾਣ ਕਰਨੀ ਹੋਵੇ। ਸਰਨੋਂ ਅੰਦਰ ਤੇਜ਼ ਹਨੇਰੀ ਝੁੱਲ ਰਹੀ ਸੀ। ਫਿਰ ਉਸ ਨੇ ਬਾਪੂ ਜੀ ਦਾ ਨਾਂ ਪੁੱਛਿਆ। ਮੇਰੀ ਚੰਦਰੀ ਜ਼ੁਬਾਨ ਹੀ ਥਥਲਾਉਣ ਲੱਗ ਪਈ। ਭਲਾ ਬਾਪੂ ਦਾ ਨਾਂ ਦੱਸਣ 'ਚ ਕੀ ਡਰ? ਮੈਨੂੰ ਚੰਦਰੀ ਨੂੰ ਤਾਂ ਬੋਲਣ ਲਈ ਕੁਝ ਔੜੇ ਹੀ ਨਾ। ਊਂ ਚਪਲ ਬਥੇਰਾ ਕਰ ਲੈਨੀ ਆਂ। ਪਰ ਭਲੀਏ ਮਾਨਸੇ, ਸੂਰਜ ਨੂੰ ਤੱਕਣਾ ਸੌਖਾ ਹੈ। ਲੈ ਆਈ ਵੱਡੀ ਸੂਰਜ, ਪਤਾ ਨਹੀਂ ਕਿੱਥੋਂ ਦਾ ਤੇ ਕੌਣ ਹੋਵੇ। ਸਰਨੋਂ ਜਿਵੇਂ ਦਰਿਆ ਵਿੱਚ ਡਿੱਗ ਕੇ ਕਿਨਾਰਾ ਲੱਭਣ ਲਈ ਹੱਥ ਪੈਰ ਮਾਰ ਰਹੀ ਹੋਵੇ। ਹਾਂ ਨੀ ਨਿਕੰਮੜੀਏ, ਉਹ ਕਹਿੰਦਾ ਸੀ, ਮੈਂ ਕਨੇਡਾ ਤੋਂ ਆਇਆ। ਤੁਹਾਡੀ ਜੂਹ ਨਾਲ ਦੇ ਖੇਤ। ਮੇਰੀ ਤਾਂ ਅਕਲ 'ਤੇ ਹੀ ਪੜਦਾ ਪੈ ਗਿਆ। ਸਰਨੋਂ ਆਪਣੇ ਆਪ ਨੂੰ ਕੋਸ ਰਹੀ ਸੀ। ਲੈ, ਮੈਂ ਤਾਂ ਐਵੇਂ ਉਸਨੂੰ ਅਵਾ ਤਵਾ ਬੋਲ ਬੈਠੀ। ਭਲਾ ਮੈਨੂੰ ਉਸ ਨੇ ਕੋਈ ਮਾੜਾ ਸ਼ਬਦ ਬੋਲਿਆ? ਉਸ ਨੇ ਤਾਂ ਬਾਪੂ ਦਾ ਨਾਂ ਹੀ ਪੁੱਛਿਆ ਸੀ। ਮੈਂ ਚਾਰੇ ਝੁੱਕ ਕੇ ਪੈ ਗਈ। ਅਖੇ ਤੂੰ ਕੌਣ ਹੁੰਨੈਂ ਮੇਰੇ ਬਾਪੂ ਦਾ ਨਾਂ ਪੁੱਛਣ ਵਾਲਾ? ਤਾਂ ਉਹ ਵਿਚਾਰਾ ਹੱਸਦਾ ਰਿਹਾ। ਕੋਈ ਨਹੀਂ, ਇਹ ਵੀ ਪਤਾ ਲੱਗ ਜੂ। ਸਰਨੋਂ ਇਹਨਾਂ ਗਿਣਤੀਆਂ ਮਿਣਤੀਆਂ ਦੇ ਚੱਕਰ 'ਚ ਫਸੀ ਘਰ ਪਹੁੰਚ ਗਈ। ਉਹ ਰੇਤੇ ਦੀ ਟੋਕਰੀ ਮੱਝਾਂ ਵਾਲੇ ਅੰਦਰ ਸੁੱਟ ਕੇ ਜਦੋਂ ਵਿਹੜੇ ਵਿੱਚ ਪਹੁੰਚੀ ਤਾਂ ਅੱਗੇ ਬੈਂਕ ਦੀ ਤਕਾਵੀ ਦੀਆਂ ਕਿਸ਼ਤਾਂ ਲੈਣ ਵਾਲੇ ਬੈਠੇ ਸਨ। ਸਰਨੋਂ ਦਾ ਬਾਪੂ ਮਿੰਨਤਾਂ ਤਰਲੇ ਕਰ ਰਿਹਾ ਸੀ ਤੇ ਪਿਛਲੀਆਂ ਤਾਰੀਆਂ ਕਿਸ਼ਤਾਂ ਬਾਬਤ ਦੱਸ ਰਿਹਾ ਸੀ, ਪਰ ਬੈਂਕ ਕਰਮਚਾਰੀ ਪੈਰਾਂ 'ਤੇ ਪਾਣੀ ਨਹੀਂ ਪੈਣ ਦੇ ਰਹੇ ਸਨ। ਸਰਨੋਂ ਦਾ ਦਿਲ ਕੀਤਾ ਕਿ ਰਜਿਸਟਰ ਫੜੀ ਖੜੇ ਭਾਈ ਦੇ ਟੋਟੇ ਕਰ ਦਏ, ਜਿਹੜਾ ਜ਼ਰੂਰਤ ਨਾਲੋਂ ਵੱਧ ਬੋਲ ਰਿਹਾ ਸੀ। ਪਰ ਬਾਪੂ ਦੀ ਇੱਜ਼ਤ ਤੇ ਸ਼ਰਮ ਨੇ ਉਸ ਦੇ ਹੱਥਾਂ 'ਚ ਹੱਥਕੜੀਆਂ ਤੇ ਪੈਰਾਂ 'ਚ ਬੇੜੀਆਂ ਪਾ ਦਿੱਤੀਆਂ। ਉਹ ਕਸੀਸ ਵੱਟ ਕੇ ਤੇ ਪਾਣੀ ਦੀ ਘੁੱਟ ਪੀ ਕੇ ਚੁੱਲ੍ਹੇ ਅੱਗੇ ਬੈਠੀ ਮਾਂ ਨੂੰ ਅਣਡਿੱਠ ਕਰਕੇ
ਅੰਦਰ ਪਏ ਮੰਜੇ ਤੇ ਜਾ ਡਿੱਗੀ। ਪਰ ਗੱਭਰੂ ਫੇਰ ਜਿਵੇਂ ਮੰਜੇ ਕੋਲ ਆ ਖੜਾ ਹੋਇਆ। ਸਰਨੋਂ ਨੂੰ ਯਾਦ ਆਇਆ ਕਿ ਉਸਨੇ ਟੋਕਰੀ ਚੁਕਾਉਂਦੇ ਹੋਏ ਆਖਿਆ ਸੀ, ਵਾਹ ਕਿਸਮਤ ਦੇ ਮੇਲੇ, ਪਿਆਰ ਬਗਲ ਵਿੱਚ ਖੇਲੇ, ਰੱਬ ਚਾਹੇ ਯਾਰ ਮੇਲੇ। ਪਰ ਮੇਰੀ ਕੌੜ ਤੱਕਣੀ ਵੱਲ ਵੇਖ ਕੇ ਮੁਸਕਰਾ ਪਿਆ, ਸ਼ਾਇਦ ਉਹੀ ਹੋਵੇ, ਜ਼ਰੂਰ ਉਹੀ ਹੋਵੇਗਾ। ਭਾਈ ਤੂੰ ਪਾਗਲ ਲੱਗਦਾ, ਟੋਕਰੀ ਚੁਕਾਉਣੀ ਆ ਤਾਂ ਚੁਕਾ, ਨਹੀਂ ਆਪਣੇ ਰਾਹ ਪੈ, ਐਵੇਂ ਅਵਾ ਤਵਾ ਬੋਲਣ ਦੀ ਲੋੜ ਨਹੀਂ। ਸਰਨੋਂ ਨੂੰ ਯਾਦ ਆਇਆ, ਉਸਨੇ ਹੱਸ ਕੇ ਕਿਹਾ ਸੀ, ਬਹੁਤਾ ਗੁੱਸਾ ਨਹੀਂ ਕਰੀਦਾ, 100 ਬਿਮਾਰੀ ਲੱਗਦੀ ਆ। ਜਦੋਂ ਮੈਂ ਫਿਰ ਖਿਝ ਕੇ ਪਈ, ਕਿਉਂ ਵਾਧੂ ਬੋਲੀ ਜਾਂਦਾ ਮੈਂ ਤੈਨੂੰ, ਤਾਂ ਉਹ ਤੁਰਨ ਲੱਗਾ ਫਿਰ ਝੋਟ ਮਾਰ ਗਿਆ, ਮੁੱਲ ਦਾ ਬੋਲ ਲੈਂਦੇ ਹਾਂ, ਜੇ ਬੋਲਣ ਤੇ ਵੀ ਕਰਫਿਊ ਆਰਡਰ ਲੱਗਿਆ ਤਾਂ ਭਾਈ ਵੇਖ ਜਿਉਂ ਜਾਣੇ ਨੇ ਕਿਵੇਂ ਸਾਂਗ ਲਾਈ ਮੇਰੀ। ਸਰਨੋਂ ਮੰਜੇ ਤੇ ਪਈ ਕਲਪਨਾ ਦੀਆਂ ਲਹਿਰਾਂ ਨਾਲ ਭਿੜ ਰਹੀ ਸੀ। ਨਰਿੰਦਰ ਬੇਸ਼ੱਕ BA ਕਰਕੇ ਕੈਨੇਡਾ ਚਲਿਆ ਗਿਆ, ਦੱਬ ਕੇ ਕੰਮ ਕੀਤਾ ਘਰ ਦੀ ਗਰੀਬੀ ਦੇ ਅਹਿਸਾਸ ਕਾਰਨ, ਪਰ ਕਿਤਾਬਾਂ ਨਾਲ ਯਾਰੀ ਨਾ ਛੱਡੀ। ਜਦੋਂ ਵੇਖੋ ਜਦੋਂ ਸਮਾਂ ਮਿਲਦਾ ਲਾਇਬ੍ਰੇਰੀ 'ਚੋਂ ਫਿਲਾਸਫੀ, ਪੋਲੀਟੀਕਲ ਸਾਇੰਸ ਨਾਵਲ ਲੈ ਕੇ ਪੜ੍ਹਦਾ ਰਹਿੰਦਾ। ਕਿਤਾਬਾਂ ਨੇ ਗਿਆਨ ਵਿੱਚ ਹੀ ਵਾਧਾ ਨਹੀਂ ਕੀਤਾ, ਨਰਿੰਦਰ ਨੂੰ ਜ਼ਿੰਦਗੀ, ਸਮਾਜ ਤੇ ਨਿਜ਼ਾਮ ਦੇ ਕਈ ਪੱਖਾਂ ਤੋਂ ਜਾਣੂ ਕਰਵਾਇਆ। ਬੰਦੇ ਦੇ ਅੰਦਰ ਝਾਕਣ ਦੇ, ਅੰਦਰਲੇ ਨੂੰ ਬੁੱਝਣ ਦੇ ਸਮਰੱਥ ਬਣਾ ਦਿੱਤਾ ਉਸਨੂੰ ਕਿਤਾਬਾਂ ਨੇ। ਇਸ ਲਈ ਨਰਿੰਦਰ ਨੂੰ ਕੋਈ ਬਹੁਤੀ ਮੁਸ਼ਕਲ ਪੇਸ਼ ਨਾ ਆਈ ਇਹ ਜਾਣਨ ਵਿੱਚ ਕਿ ਇਹ ਲੜਕੀ ਕੋਈ ਹੋਰ ਨਹੀਂ, ਸ਼ਰਨਜੀਤ ਹੀ ਸੀ। ਰਾਤ ਪੈ ਗਈ। ਸ਼ਰਨਜੀਤ ਮੰਜੇ ਤੇ ਲੇਟੀ ਪਈ ਅੰਬਰ ਵੱਲ ਝਾਕਦੀ, ਤਾਰਿਆਂ ਨਾਲ ਅੱਖ ਮਿਚੋਲੀ ਖੇਡਦੀ ਰਹੀ। ਨਿਮਾਣੀਆਂ ਅੱਖਾਂ 'ਚ ਨੀਂਦ ਕਿੱਥੇ, ਸੀਨੇ ਅੰਦਰ ਤਾਂ ਇੱਕ ਤੂਫਾਨ ਉਮੜ ਆਇਆ ਸੀ। ਉਸ ਮੈਥੋਂ ਇਸ ਤਰ੍ਹਾਂ ਸਵਾਲ ਕਿਉਂ ਪੁੱਛਿਆ? ਉਸ ਮੈਥੋਂ ਕੀ ਲੈਣਾ ਸੀ? ਜਦ ਮੈਂ ਪਿਲਖਣ ਦੇ ਰੁੱਖ ਬਾਰੇ ਦੱਸਿਆ ਤਾਂ ਸਾਡੇ ਖੇਤ ਵਿੱਚ ਆ ਤਾਂ ਉਹ ਮੇਰੇ ਵੱਲ ਕਿੰਨਾ ਭੈੜਾ ਝਾਕਿਆ। ਉਸ ਦੀਆਂ ਅੱਖਾਂ ਵਿੱਚ ਕਿੰਨੀ ਲੋਹੜੇ ਦੀ ਚਮਕ ਸੀ। ਮੇਰਾ ਤਾਂ ਕਾਲਜਾ ਹੀ ਧੱਕ-ਧੱਕ ਕਰਨ ਲੱਗਾ। ਉਹੀ ਹੋਵੇਗਾ, ਮੈਂ ਪਾਗਲ ਹੋ ਗਈ। ਜੇ ਉਹ ਗੁੱਸੇ ਹੋ ਗਿਆ, ਹੁਣ ਕੀ ਹੋਏਗਾ? ਸ਼ਾਇਦ ਉਸਨੂੰ ਮੇਰੇ ਤੇ ਤਰਸ ਆ ਗਿਆ ਹੋਵੇ। ਇਹ ਵੀ ਹੋ ਸਕਦਾ ਮੈਂ ਉਸਨੂੰ ਚੰਗੀ ਲੱਗੀ ਹੋਵਾਂ, ਤਾਂ ਹੀ ਤਾਂ ਉਹ ਹੱਸਦਾ ਸੀ। ਦਿਲ ਦੇ ਅਥਾਹ ਡੂੰਘੇ ਸਮੁੰਦਰ ਵਿੱਚੋਂ ਲਹਿਰਾਂ ਉੱਠਦੀਆਂ ਤੇ ਦਿਮਾਗ ਦੇ ਵਿਸ਼ਾਲ ਵਿਹੜੇ ਵਿੱਚ ਵਿਛਦੀਆਂ ਜਾਂਦੀਆਂ। ਸ਼ਰਨਜੀਤ ਨੂੰ ਪਤਾ ਹੀ ਨਾ ਲੱਗਿਆ ਕਿ ਉਹ ਕਦੋਂ ਨੀਂਦ ਦੀ ਨਿੱਘੀ ਗੋਦ ਵਿੱਚ ਜਾ ਲੇਟੀ। ਸਰਨੋਂ ਨੇ ਜਦੋਂ ਪਾਸਾ ਪਲਟਿਆ ਤਾਂ ਸਵੇਰ ਦਾ ਤਾਰਾ ਚੜ੍ਹ ਚੁੱਕਾ ਸੀ। ਨਰਿੰਦਰ ਸਰਨੋਂ ਨੂੰ ਜੱਫੀ 'ਚ ਪਾ ਕੇ ਵਾਪਸ ਆਪਣੇ ਪਿੰਡ ਵੱਲ ਮੁੜ ਗਿਆ। ਪਿੰਡ ਵੱਲ ਵਧਦੇ ਕਦਮਾਂ ਵਿੱਚ ਦ੍ਰਿੜਤਾ ਸੀ, ਜੋਸ਼ ਸੀ, ਹੋਸ਼ ਸੀ ਤੇ ਇੱਕ ਅਲੌਕਿਕ ਖੁਮਾਰ ਸੀ। ਸ਼ਰਨਜੀਤ ਦਾ ਕੱਦ-ਕਾਠ, ਹਰਨੀ ਵਰਗੀਆਂ ਅੱਖਾਂ, ਗੋਰਾ ਨਿਸ਼ੋ ਰੰਗ ਤਾਂ ਹੈ ਹੀ ਸੀ, ਪਰ ਉਸਦੀ ਸਾਦਗੀ ਨੇ ਉਸਨੂੰ ਟੁੰਬ ਲਿਆ। ਜਾਦੂਈ ਹੁਸਨ ਦਾ ਕੀਲਿਆ ਉਹ ਦੋ ਟੁਕ ਫੈਸਲੇ ਲਈ ਉਹ ਪਿੰਡ ਵੱਲ ਨੂੰ ਰਵਾਂ-ਰਵੀਂ ਤੁਰਿਆ ਜਾ ਰਿਹਾ ਸੀ। ਨਰਿੰਦਰ ਨੂੰ ਕੈਨੇਡਾ ਤੋਂ ਆਏ ਨੂੰ 2 ਦਿਨ ਹੀ ਹੋਏ ਸਨ ਜਦੋਂ ਉਸਦੀ ਵੱਡੀ ਭੈਣ ਨੇ ਦੱਸ ਦਿੱਤਾ ਕਿ ਬਾਪੂ ਤੇਰਾ ਰਿਸ਼ਤਾ ਤੋੜ ਆਇਆ। ਵਿਚੋਲੇ ਨੇ ਇਹ ਵੀ ਨਰਿੰਦਰ ਦੇ ਕੰਨੀ ਪਾ ਦਿੱਤੀ ਸੀ ਕਿ ਲੜਕੀ ਵਾਲਿਆਂ ਬਥੇਰੇ ਤਰਲੇ ਮਿੰਨਤਾਂ ਕੀਤੀਆਂ, ਸਾਕ-ਸਕੀਰੀਆਂ ਵੀ ਢੋਈਆਂ, ਅੰਤ ਹਾਰ ਕੇ ਪੰਚਾਇਤ ਵੀ ਇਕੱਠੀ ਕੀਤੀ, ਪਰ ਤੇਰੇ ਬਾਪੂ ਨੇ ਇੱਕੋ ਨੰਨਾ ਫੜੀ ਰੱਖਿਆ। ਲੜਕੀ ਦੇ ਭਰਾਵਾਂ ਨੇ ਤਾਂ ਕਈ ਗੋਂਦਾਂ ਵੀ ਗੁੰਦੀਆਂ, ਪਰ ਸਿਆਣੇ ਬੰਦਿਆਂ ਨੇ ਬੰਨੇ ਚੰਨੇ ਦੀ ਧੀ ਧਿਆਣੀ ਹੋਣ ਕਰਕੇ ਗੱਲ ਟਾਲਣ ਲਈ ਤੇਰੇ ਤੇ ਛੱਡ ਕੇ ਹੋਣੀ ਵਾਪਰਨੋਂ ਟਾਲ ਦਿੱਤੀ। ਵਿਚੋਲੇ ਤੇ ਲੋਕਾਂ ਤੋਂ ਨਰਿੰਦਰ ਨੂੰ ਇਹ ਵੀ ਪਤਾ ਲੱਗਿਆ ਕਿ ਉਸਦੇ ਬਾਪੂ ਦੇ ਦਿਮਾਗ ਵਿੱਚ ਕੈਨੇਡਾ ਧੱਸ ਗਈ ਕਿ ਹੁਣ ਉਹ ਕਾਰਾਂ, ਲੱਖਾਂ ਰੁਪਏ ਦਾਜ ਤੇ ਸੋਨੇ ਦੀਆਂ ਮੁੰਦਰੀਆਂ ਦੇ ਸੁਪਨੇ ਲੈ ਰਿਹਾ ਹੈ। ਨਰਿੰਦਰ ਸੋਚਦਾ ਆ ਰਿਹਾ ਸੀ, ਅੱਜ ਬਾਪੂ ਨੂੰ ਲੜਕੀ ਵਾਲਿਆਂ ਦਾ ਘਰ ਖੋਲਾ ਜਾਪਦਾ। ਜੇਕਰ ਮੈਂ ਕੈਨੇਡਾ ਨਾ ਜਾਂਦਾ ਤੇ ਸਾਡੀ ਚੰਨੀ ਭੈਣ ਨਾਲ ਕੋਈ ਇੰਜ ਕਰਦਾ ਤਾਂ ਫੇਰ ਮਾਇਆ ਤਾਂ ਢਲਦਾ ਪਰਛਾਵਾਂ ਹੈ, ਅੱਜ ਗੱਲ ਮੁਕਾ ਦੇਣੀ ਹੈ। ਨਰਿੰਦਰ ਦੇ ਕਦਮ ਹੋਰ ਤੇਜ਼ ਹੋ ਗਏ। ਜਦੋਂ ਉਹ ਘਰ ਪਹੁੰਚਿਆ ਤਾਂ ਉਸਦਾ ਬਾਪੂ ਬਰਾਂਡੇ ਵਿੱਚ ਬੈਠਾ ਚਾਹ ਪੀ ਰਿਹਾ ਸੀ। ਉਸਨੇ ਨਰਿੰਦਰ ਨੂੰ ਆਉਂਦਿਆਂ ਵੇਖ ਕੇ ਕੁਰਸੀ ਨੇ ਨੇੜੇ ਖਿੱਚ ਕੇ ਨਰਿੰਦਰ ਦੀ ਭੈਣ ਨੂੰ ਆਵਾਜ਼ ਮਾਰੀ, ਕੁੜੇ ਚੰਨੀਏ ਚਾਹ ਲਿਆ ਆਪਣੇ ਵੀਰ ਲਈ, ਆ ਗਿਆ ਫਿਰ ਤੁਰ ਕੇ। ਨਰਿੰਦਰ ਕੁਰਸੀ ਤੇ ਬੈਠ ਗਿਆ, ਚਾਹ ਦਾ ਕੱਪ ਭੈਣ ਤੋਂ ਫੜਿਆ ਤੇ ਕੁਝ ਸਹਿਜ ਹੁੰਦਾ ਹੋਇਆ ਬੋਲਿਆ, ਬਾਪੂ
ਮੈਂ ਮਹੀਨੇ ਕੁ ਲਈ ਆਇਆ ਹਾਂ। ਉੱਥੇ ਮੇਰੇ ਕੰਮ ਦਾ ਹਰਜਾ ਹੁੰਦਾ ਹੈ। ਮੈਂ ਚਾਹੁੰਦਾ ਹਾਂ ਕਿ ਕੁਝ ਦਿਨਾਂ 'ਚ ਹੀ ਵਿਆਹ ਦਾ ਦਿਨ ਪੱਕਾ ਕਰ ਲਈਏ। ਲੈ ਨਿੰਦੀ, ਮੈਂ ਤਾਂ ਤੈਨੂੰ ਹੀ ਉਡੀਕਦਾ ਸੀ। ਵਿਆਹ ਤਾਂ ਕਰਨਾ ਹੀ ਹੈ, ਪਰ ਕੋਈ ਕੜੀ ਤਾਂ ਵੇਖ ਲੈ। ਜਿਹੜੀ ਕੁੜੀ ਬਾਪੂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਵੇਖੀ ਸੀ, ਸ਼ਗਨ ਵੀ ਪਾ ਗਏ ਸੀ, ਉਹ ਕੁੜੀ। ਨਿੰਦਰਾ, ਉਹਨਾਂ ਦੀ ਗੱਲ ਛੱਡ। ਕਿੱਥੇ ਉਹ ਤੇ ਕਿੱਥੇ ਆਪਾਂ। ਮੇਰਾ ਨੰਗਾ ਨਾਲ ਮੱਥਾ ਲਾਉਣ ਨੂੰ ਜੀ ਨਹੀਂ ਕਰਦਾ। ਨਾਲੇ 100 ਐਬ ਨੇ, ਉਹਨਾਂ 'ਚ ਕੀ ਦੇਣ ਜੋਗੇ ਆ। ਬਾਪੂ, ਮੈਂ ਗੱਲ ਕੁੜੀ ਦੀ ਕੀਤੀ ਆ, ਲੈਣ ਦੇਣ ਦੀ ਨਹੀਂ। ਕੁੜੀ ਵਿੱਚ ਕੀ ਭੈੜਿਆ? ਤੂੰ ਪਾਗਲ ਹੋ ਗਿਆ? ਮੇਰੇ ਮਗਰ ਰਿਸ਼ਤਿਆਂ ਵਾਲੇ ਡਾਰਾਂ ਬੰਨ੍ਹੀ ਫਿਰਦੇ ਨੇ। ਉਹ ਆਪਣਾ ਸੱਜਣ ਸਿੰਘ, ਜਿਸ ਨੂੰ ਲੀਡਰ ਕਹਿੰਦੇ ਸਨ, ਅਮਰੀਕਾ ਤੋਂ ਆ ਕੇ ਮੁੰਡਾ ਵਿਆਹ ਕੇ ਲੈ ਗਿਆ। ਸਫਾਰੀ ਕਾਰ, 12 ਲੱਖ ਨਗਦ, 50 ਤੋਲੇ ਸੋਨਾ, ਮੈਰਿਜ ਪੈਲਸ 'ਚ ਵਿਆਹ ਕੀਤਾ ਤੇ ਅੰਦਰੋਂ ਖਾਤੀ ਪਤਾ ਨਹੀਂ ਹੋਰ ਕੀ ਕੀ ਦਿੱਤਾ। ਤਾਂ ਫਿਰ ਨਾ ਕੋਈ ਕੁੜੀ 'ਚ ਖੋਟ ਆ, ਨਾ ਕੋਈ ਉਹਨਾਂ ਦੇ ਘਰ ਐਬ, ਤੇ ਤੇਰੀ ਨੀਤ 'ਚ ਖੋਟ ਪੈ ਗਿਆ। ਤੂੰ ਮੇਰੀਆਂ ਨੀਤਾਂ ਪਰਖਦਾ? ਕੱਲ੍ਹ ਦਾ ਸ਼ੁਕਰ ਆ, ਕੈਨੇਡਾ ਕੀ ਜਾ ਆਇਆ। ਤੇਰਾ ਦਿਮਾਗ ਫਿਰ ਗਿਆ। ਕਿਸ ਭੇਜਿਆ ਤੈਨੂੰ ਕੈਨੇਡਾ ਨੋਟਾਂ ਦੀਆਂ ਬੋਰੀਆਂ ਲਾ ਕੇ? ਤਾਂ ਆਹ ਗੱਲ ਆ। ਤੂੰ ਮੇਰਾ ਵਿਆਹ ਨਹੀਂ, ਮੁੱਲ ਵੱਟਣਾ ਚਾਹੁੰਦਾ, ਨਰਿੰਦਰ ਨੇ ਸ਼ਾਂਤੀ ਨਾਲ ਕਿਹਾ। ਵੱਟਾਂ ਨਾ ਮੁੱਲ? ਤੈਨੂੰ ਪਾਲਿਆ ਪੜ੍ਹਾਇਆ, ਸੱਪਾਂ ਦੀਆਂ ਸਿਰੀਆਂ ਮਿੱਧ ਹੁਣ ਮੇਰੇ ਦਿਨ ਫਿਰਨ ਤੇ ਆਏ ਆ ਤਾਂ ਤੂੰ। ਬਾਪੂ, ਭਲਾ ਮੇਰੇ ਪਾਲਣ ਪੜ੍ਹਾਉਣ ਤੇ ਕਿੰਨਾ ਕੁ ਖਰਚਾ ਆਇਆ ਹੋਊ? ਮੈਂ ਸਣੇ ਵਿਆਜ ਮੋੜਨ ਲਈ ਤਿਆਰ ਹਾਂ। ਓਏ ਮੂਰਖਾ ਜਹਾਨਦਿਆ, ਉਹ ਪੈਸਾ ਵੀ ਤਾਂ ਮੇਰਾ ਹੀ ਆ। ਮੈਂ ਹੀ ਤੈਨੂੰ ਕੈਨੇਡਾ ਭੇਜ ਕੇ ਕਮਾਉਣ ਦੇ ਕਾਬਲ ਬਣਾਇਆ। ਨਹੀਂ ਤਾਂ ਬਥੇਰੇ ਫਿਰਦੇ ਆ ਤੇਰੇ ਵਰਗੇ ਇੱਥੇ ਬਾਹਾਂ ਲਮਕਾਈ। ਇਉਂ ਕਰ ਬਾਪੂ, ਮੈਨੂੰ ਸ਼ਹਿਰ ਲੈ ਚੱਲ। ਚੌਂਕ 'ਚ ਖੜਾ ਕਰਕੇ ਬੋਲੀ ਦੇਣ ਲੱਗ ਪੈ ਬੋਲੀ ਦੇਣ। ਹੋਰ ਕੀ ਕਰੇਂਗਾ? ਬਾਪੂ, ਗੱਲ ਸੁਣ ਲਾ ਮੇਰੀ ਕੰਨ ਖੋਲ੍ਹ ਕੇ। ਮੈਂ ਵਿਆਹ ਉੱਥੇ ਹੀ ਕਰਵਾਵਾਂਗਾ, ਸੁਣਿਆ? ਘਰ ਕਿਹਦੇ ਵੜੇਂਗਾ ਲੈ ਕੇ ਡੋਲਾ? ਉਰਾ ਨਹੀਂ ਦੇਣਾ, ਉਰਾ ਜ਼ਮੀਨ ਦਾ, ਯਾਦ ਰੱਖੀਂ। ਇਹ ਗੱਲਾਂ ਮੈਂ ਬਾਅਦ 'ਚ ਦੇਖਾਂਗਾ। ਘਰ ਨੂੰ ਨਾਲ ਲੈ ਕੇ ਨਹੀਂ ਜੰਮਿਆ ਤੇ ਨਾ ਜ਼ਮੀਨ। ਮੇਰੇ ਦਾਦੇ ਪੜਦਾਦੇ ਦੀ ਆ। ਜਿਹੜੀ ਤੂੰ ਬਣਾਈ ਆ, ਨਾ ਦਈਂ, ਸਮਝਿਆ? ਨਰਿੰਦਰ ਗੁੱਸੇ 'ਚ ਆ ਗਿਆ। ਭਰਾ ਨੂੰ ਗੁੱਸੇ ਵਿੱਚ ਆਇਆ ਤੇ ਖੜਾ ਹੁੰਦਾ ਵੇਖ ਕੇ ਚੰਨੀ ਰਸੋਈ ਵਿੱਚੋਂ ਭੱਜੀ ਆਈ ਤੇ ਬਾਪੂ ਅੱਗੇ ਤਰਲਾ ਲਿਆ। ਬਾਪੂ, ਕੁਝ ਸੋਚ ਬਾਪੂ। ਜੇ ਵੀਰ ਕੈਨੇਡਾ ਨਾ ਜਾਂਦਾ ਤਾਂ ਮੇਰੇ ਸਹੁਰੇ ਮੂੰਹ ਅੱਡ ਲੈਂਦੇ ਤਾਂ ਤੇਰੀ ਧੀ ਕਿੱਥੇ ਜਾਂਦੀ? ਚੁੱਪ ਕਰ ਕੁੜੀਏ, ਤੈਨੂੰ ਇਹਨਾਂ ਗੱਲਾਂ ਦਾ ਕੀ ਪਤਾ? ਹਾਂ, ਤੈਨੂੰ ਪਤਾ ਵੱਡੇ ਚੌਧਰੀ ਨੂੰ। ਤੂੰ ਆਪਣਾ ਸਮਝ ਵਿਚਾਰ ਲੈ। ਮੈਂ ਤਾਂ ਪਿਓ ਕਰਕੇ ਚੁੱਪ ਆਂ। ਨਹੀਂ ਤਾਂ, ਨਰਿੰਦਰ ਬੋਲਿਆ। ਨਹੀਂ ਤਾਂ ਕੀ ਕਰ ਲਏਂਗਾ? ਬਾਪੂ ਗਰਜਿਆ। ਗੱਲ ਕੁਝ ਵੱਧ ਦੇਖ ਕੇ ਨਰਿੰਦਰ ਦੀ ਮਾਂ ਵੀ ਰੋਟੀ ਪਕਾਉਣੀ ਵਿੱਚੇ ਛੱਡ ਕੇ ਆ ਗਈ ਤੇ ਬੋਲੀ, ਤੂੰ ਸਿਆਣਾ ਬਣ ਮੁੰਡਾ ਕੋਈ ਕਮਲਾ ਨਹੀਂ। ਵਿਆਹ ਮੁੰਡੇ ਨੇ ਕਰਾਉਣਾ, ਤੂੰ ਆਪਣੇ ਧੌਲੇ ਨਾਲ ਰੋਲ ਬੈਠੀ। ਬੇਬੇ, ਜੇਕਰ ਬਾਪੂ ਆਖੇ ਲੱਗਦਾ ਤਾਂ ਠੀਕ ਹੈ, ਨਹੀਂ ਪਰਸੋਂ ਨੂੰ ਤੂੰ ਤੇ ਚੰਨੀ ਮੇਰੇ ਨਾਲ ਬਾਜ਼ਾਰ ਚੱਲੋ। 4 ਸੂਟ ਤੇ ਕੁਝ ਗਹਿਣੇ ਬਣਾ ਲਿਆਈਏ। ਆਪਾਂ ਸ਼ਰਨਜੀਤ ਨੂੰ ਚੁੰਨੀ ਚੜਾ ਕੇ ਲੈ ਆਉਣਾ, ਸੁਣਿਆ? ਜੇ ਤੁਸੀਂ ਵੀ ਨਹੀਂ ਜਾਣਾ ਤਾਂ ਮੈਂ ਆਪੇ ਆਪਣਾ ਸਿਰ ਗੁੰਦ ਲਾਂਗਾ। ਸ਼ਰਨਜੀਤ ਨੂੰ ਮੈਂ ਅੱਜ ਵੇਖ ਲਿਆ ਏ। ਨਰਿੰਦਰ ਦੇ ਬਾਪੂ ਨੇ ਸ਼ਬਦ ਸੁਣੇ ਤਾਂ ਕਪਾਟ ਖੁੱਲ੍ਹ ਗਏ। ਉਹ ਸਮਝ ਗਿਆ ਕਿ ਤੀਰ ਹੱਥੋਂ ਛੁੱਟ ਚੁੱਕਾ ਹੈ। ਜੱਦੀ ਹੈਂਕੜ ਤੇ ਵੜਿੱਤਨ ਦਾ ਮਾਣ ਹੰਕਾਰ ਚਕਨਾਚੂਰ ਹੁੰਦਾ ਲੱਗਿਆ ਤੇ ਘਰ ਦਾ ਮਾਲਕ ਦੀ ਬੇਤੁਕੀ ਤਾਨਾਸ਼ਾਹੀ ਦਾ ਤਾਜ ਮਿੱਟੀ 'ਚ ਡਿੱਗਦਾ ਵੇਖ ਲਿਆ ਤੇ ਸੋਚ ਤੇ ਹੋਸ਼ ਦੇ ਦਿਮਾਗ ਵਿੱਚ ਪਰਤੀ। ਉਹ ਬਣੀ ਬਣਾਈ ਇੱਜ਼ਤ ਤੇ ਸਵੈ-ਮਾਣ ਬਚਾਉਣ ਲਈ ਠੰਡਾ ਸਾਹ ਖਿੱਚਦਾ ਹੋਇਆ ਬੋਲਿਆ, ਚੰਗਾ ਪੁੱਤ ਨਿੰਦਰਾ, ਮੈਂ ਤਾਂ ਤੁਹਾਡੇ ਭਲੇ ਲਈ ਆਖਦਾ ਸੀ। ਨਾਲੇ ਵਿਆਹ ਤੂੰ ਕਰਾਉਣਾ, ਮੈਂ ਨਹੀਂ। ਮੈਂ ਕਿਹੜਾ ਟੱਬਰ ਤੋਂ ਨਾਬਰ ਆਂ। ਤੁਹਾਡਾ ਭਾਈ ਘਰ-ਬਾਰ ਹੈ, ਮੈਂ ਤਾਂ ਹੋ 4 ਦਿਹਾੜੇ ਹਾਂ। ਤੁਸੀਂ ਆਪਣੀ ਬਾਬਤ ਆਪਣਾ ਚੰਗਾ ਮਾੜਾ ਸੋਚ ਸਕਦੇ ਹੋ। ਸੰਜੋਗ ਹੀ ਜ਼ੋਰਾਵਰ। ਟਹਿਲ ਸਿੰਘ ਨੇ ਸੰਜੋਗਾਂ ਸਿਰ ਭਾਂਡਾ ਭੰਨ ਕੇ ਆਪਣਾ ਆਪ ਬਚਾ ਲਿਆ। ਨਰਿੰਦਰ ਆਪਣੀ ਭੈਣ ਚੰਨੀ ਵੱਲ ਝਾਕਿਆ ਤਾਂ ਚੰਨੀ ਨੇ ਵੇਖਿਆ ਕਿ ਵੀਰੇ ਨੇ ਅੱਜ ਅਦੁੱਤੀ ਜੰਗ ਜਿੱਤ ਕੇ ਲੱਖਾਂ ਧੀਆਂ ਭੈਣਾਂ ਦੇ ਰਾਹ ਪੱਧਰੇ ਕਰ ਦਿੱਤੇ ਨੇ। ਇੱਕ ਭੇਦ ਭਰੀ ਮੁਸਕਾਨ ਚੰਨੀ ਦੇ ਹੋਠਾਂ ਤੇ ਖੇਡਦੀ ਦੇਖ ਕੇ ਨਰਿੰਦਰ ਬੋਲਿਆ, ਭੈਣੇ, ਸੰਘਰਸ਼ ਵਿੱਚ ਦ੍ਰਿੜ ਇਰਾਦੇ ਨਾਲ ਬੇਕਿਰਕ ਹੋ ਕੇ ਆਪਣੇ ਨਾਲ
ਵੀ ਟੱਕਰ ਲੈਣੀ ਪੈਂਦੀ ਹੈ ਇੱਕ ਭੇਤ ਭਰੀ ਮੁਸਕਾਨ ਲਈ। ਧੰਨਵਾਦ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।